ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਾ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਕਬੀਰ ਸੁੱਤਾ ਕਿਆ ਕਰੈ, ਉੱਠ ਕੇ ਲਜਤੈ ਮੁਰਾਰ। ਇੱਕ ਦਿਨ ਸੋਵਨ ਹੋਏ ਗੋ, ਲੰਬੈ ਦੌੜ ਪਸਾਰ। ਕਬੀਰ ਮੇਰੀ ਸਿਮਰਣੀ, ਰਸਨਾ ਉਪਰ ਰਾਮ। ਆਦਿ ਜੁਗਾਦੀ ਸਗਲ ਭਗਤ, ਪਾਪੋ ਸੁਖ ਵਿਸਰਾਮ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ। ਜਿਨ ਕਾ ਨਦ ਕਰਮ ਹੋਇਆ, ਹਿਰਦੈ ਬਿਰਧੈ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਬਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਭਗਤ ਕਬੀਰ ਸਾਹਿਬ ਜੀਆਂ ਦਾ ਜਨਮ ਦਿਹਾੜਾ ਹੈ। ਆਓ ਰਲ ਮਿਲ ਕੇ ਥੋੜ੍ਹੀ ਵਿਚਾਰ ਭਗਤ ਕਬੀਰ ਸਾਹਿਬ ਜੀਆਂ ਦੇ ਜੀਵਨ ਤੇ ਆਪਾਂ ਝਾਤ ਮਾਰੀ, ਉਹਨਾਂ ਦੇ ਜੀਵਨ ਤੇ ਗੱਲਬਾਤ ਕਰੀਏ। ਗੁਰਬਾਣੀ ਦੇ ਵਿੱਚੋਂ ਉਹਨਾਂ ਦਾ ਸ਼ਬਦ ਲੈ ਕੇ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਭਗਤ ਕਬੀਰ ਸਾਹਿਬ ਜੀ ਜਿਹੜੇ ਸੀ, ਉਹਨਾਂ ਦਾ ਜਿਹੜਾ ਜਨਮ ਹੈ ਉਹ ਕਈਆਂ ਨੇ ਲਿਖਿਆ ਵੀ ਉਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ। ਤੇ ਭਾਈ ਕਾਹਨ ਸਿੰਘ ਨਾਭਾ ਉਹਨਾਂ ਨੇ ਆਪਣੇ ਗ੍ਰੰਥ ਮਹਾਨ ਖੋਜ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਜਿਹੜੇ ਭਗਤ ਕਬੀਰ ਸਾਹਿਬ ਸਨ, ਉਹਨਾਂ ਦਾ ਜਦੋਂ ਜਨਮ ਹੋਇਆ, ਜਨਮ ਤੋਂ ਹੀ ਕੋਈ ਬੀਬੀ ਉਹਨੂੰ ਬਨਾਰਸ ਦੀ ਧਰਤੀ ਤੇ ਛੱਡ ਗਈ। ਤੇ ਭਗਤ ਕਬੀਰ ਸਾਹਿਬ ਜੀ ਦੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਪਿਤਾ ਤੇ ਮਾਤਾ ਕਹਿੰਦੇ ਆ, ਪਿਤਾ ਨੀਰੂ ਤੇ ਮਾਤਾ ਨਾਭਾ।
ते अपने घर ले गए, परवरिश की, पढ़ाया लिखाया ते नाम रखिया कबीर। ना रखिया कबीर। 1440 उन्होंने जन्म होया जुलाया के घर। उन्होंने परवरिश हुई, उन्होंने माता पिता ने पढ़ाया लिखाया वड्डा किया, ना रखिया कबीर। धार्मिक सोचते सन, जो काम माता पिता करते हैं वही काम भगत जी करते हैं। जो तारे का काम वो करते हैं वही काम भगत कबीर साहब जी करते हैं। अपने काम के नाल नाल उस मालक के अभेद होते हैं। नामा कहे कलोचन, नामा गाया मोहया, कहे कलोचन मीत, काहे पोषण राम न लाभो कीत। नामा माया मोहया, कहे कलोचन मीत, नामा माया मोहया, कहे कलोचन मीत। ये दोनों मित्र से भगत नामदेव जी ते भगत तरलोचन। भगत नामदेव जी जिहड़े सी नामा माया मोहया वो कामकार करते ते भगत तरलोचन जी कहते तू कामकार ते करदा है, कदे उस मालक के विच भेद भी होया कर, ਉਹਦੀ ਬੰਦਗੀ भी कराया कर। भगत नामदेव जी कहते करते हैं बंदगी भी, उस मालक को याद भी करते हैं। कहते मैं देखी नहीं तेनों करे भी तू उस मालक की बंदगी जुड़ कर। नामा माया मोहया कहे कलोचन मीत, काहे शीपो शैल राम न लाभो कीत। फिर भगत नामदेव जी कहते नामा कहे कलोचना, मुख ते राम सुभाव, हाथ पाओ कर काम सब, चीत निरंजन नाल। कहते हत्थां पैरां दे नाल असीं काम करदे आ ते चित्त दे नाल असीं उस मालक दी बंदगी, उस मालक दे नाल असीं साझ पाउंदे। इसे तरह भगत कबीर साहब जिहड़े सन वो काम करते हैं, काम भी करते हैं ते कामां तो विहले हो के वो मालक की बंदगी भी करते हैं। ते जदों काम कर रहे हैं, काम करदियां करदियां भी वो मालक दे विच अपे होते। जदों पंजवें पातशाह गुरु अर्जन साहब महाराज जी दा वचन पढ़ते हैं, गोबिंद 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 संग नाम लियो मन वीणा, आद जान को छिपरो होयो लकीरा, बोलना तनना त्याग है प्रीत चरण कबीरा। हुण इत्थे ये नहीं किहा भी बोलना ते तनना छड्ड के भी उत्ते कम्मे बंद कर। उत्थे गुरु साहब कहते हैं भाई अपने काम को नवेड़न तो बाद उस मालक के अभेद, उस मालक की गल करनी, अपने काम को नवेड़ के पूरा करना। बोलना करना त्याग है
ਪ੍ਰੀਤ ਚਰਗ ਕਬੀਰਾ, ਉਸ ਬਾਲਕ ਦੇ ਵਿੱਚ ਪ੍ਰੀਤ ਪਾਈ ਤੇ ਬਹੁਤ ਸਾਰੀ ਬਾਣੀ ਜਿਹੜੀ ਭਗਤ ਕਬੀਰ ਸਾਹਿਬ ਜੀ ਨੇ ਲਿਖੀ, ਗ੍ਰੰਥ ਲਿਖੇ ਤੇ ਬਹੁਤ ਸਾਰੀ ਬਾਣੀ ਜਿਹੜੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਕੀਤੀ। ਤਕਰੀਬਨ 17 ਰਾਗਾਂ ਦੇ ਵਿੱਚ ਬਾਣੀ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤੀ। 17 ਰਾਗਾਂ ਦੇ ਵਿੱਚ 31 ਰਾਗ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। 31 ਰਾਗਾਂ ਦੇ ਵਿੱਚੋਂ 17 ਰਾਗਾਂ ਦੇ ਵਿੱਚ ਬਾਣੀ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤੀ ਤੇ ਬਹੁਤ ਸਾਰੇ ਸ਼ਬਦ ਜਿਹੜੇ ਅਸੀਂ ਪੜ੍ਹਦੇ ਆ, ਜਿਹੜੇ ਚੋਟ ਕਰਦੇ ਆ, ਚੋਟਕਾਰੀ ਕਰਦੇ ਆ, ਪਖੰਡਵਾਦ ਤੇ ਉਹਨਾਂ ਨੇ ਚੋਟ ਕੀਤੀ। ਭਗਤ ਕਬੀਰ ਸਾਹਿਬ ਜਿੰਨੀ ਵੀ ਬਾਣੀ ਅਸੀਂ ਭਗਤ ਕਬੀਰ ਸਾਹਿਬ ਜੀ ਦੀ ਪੜ੍ਹਾਂਗੇ ਉਹਨਾਂ ਨੇ ਚੋਟ ਕੀਤੀ। ਕੀ ਕਿਹਾ? ਅੱਲਾਹ ਏਕ ਵਸੀਤ ਵਸਤ ਹੈ, ਅਵਰ ਮੁਲਕ ਕੁਸ ਕਿਆ, ਹਿੰਦੂ ਮੂਰਤ ਨਾਮ ਨਿਵਾਸੇ ਦੋ ਮੈਂ ਤਪ ਰਹਿਆ। ਅੱਲਾਹ ਰਾਮ ਜੀਵੋ ਤੇਰੀ ਨਾਈ, ਤੂੰ ਕਰ ਮੇਰ ਉਮਤ ਸਾਏ। दक्तर देव सहारी का वासा, पश्चिम अल्लाह मुकामा, दिल में खोज दिल खोजो यही ठौर मुकामा। ब्राह्मण व्यास है कौविसा, काजी लहर बजाना, 11 मास पास कह रखा है, एक माहे नजाना। कहाँ उड़ीसे मज्जर किया, क्या मुसीब सिर नाया। जो दिल में कपट के बाद गुजारो, क्या हज का बैठा है। इतने और कमरता साजे, ये सब रूप तुम्हारे, कबीर पुंगरा राम अल्लाह का, सब गुर पीर हमारे। भगत कबीर साहब जी ने चोट की शब्द और जेड़े अल्लाह एक मसीह वस्त है, जेड़े मुसलमान वीर ने वो कहते हैं अल्लाह परमात्मा वाहिगुरू गॉड वो एक मसीह च वसदा है। ते मुसलमान वीर कहते एक मसीह च वसदा है, ते हिंदू कहते मूर्त च वसदा है। ते भगत कबीर साहब जी ने कहा ना कल्ला मक्के च वसदा है, ना कल्ला मसीह च वसदा है। वो परमात्मा दे थां थां ते कल के इस तरह की कोई थां नहीं जिथे तुहानू परमात्मा नहीं नजर आउंदा। तुसीं वेखण वाले बनो, वो अख जिहदे नाल परमात्मा नूं वेखिया जा रहा है, वो अख वो पैदा करो। अखां दे नाल नहीं वेखिया जाता, ये अखां दे नाल ਅਸੀਂ 12 ਤੱਕਦੇ ਆ। ਉਹ ਕਿਹੜੀ ਅੱਖ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਅੱਖੀ ਵਾਜੋ ਵੇਖਣ, ਉਹ ਤਾਂ ਅੱਖਾਂ ਤੋਂ ਬਿਨਾਂ ਹੀ ਦੇਖਿਆ ਜਾਂਦਾ। ਅੱਖੀ ਵਾਜੋ ਵੇਖਣ, ਬਿਨ ਕੰਨਾਂ ਸੁਣਦਾ। ਉੱਥੇ ਆਹ ਕੰਨਾਂ ਨਾਲ ਨਹੀਂ ਕਿਤੇ ਮਾੜਾ ਸੁਣਦੇ, ਜੀਭੇ ਵਾਜੋ ਬੋਲਣਾ, ਇਹ ਜੀਵਨ ਆਪੇ ਮਾੜਾ ਬੋਲਦੇ। ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹ ਥਾਂ ਥਾਂ ਤੇ ਵਸਦਾ, ਥਾਂ ਥਾਂ ਅਸੀਂ ਵੇਦਾਂ ਦੇ ਕਿਤਾਬਾਂ ਦੇ ਹਵਾਲੇ ਦਿੰਦੇ ਆ। ਅਸੀਂ ਉਹਨਾਂ ਦੇ ਹਵਾਲੇ ਦਿੰਦੇ ਆ। ਨਹੀਂ ਭਾਈ, वेद ग्रंथ जेड़े धार्मिक ग्रंथ जिन्ने भी वो सानू सेध देते, वो सानू सेध देते हैं, पर यह नहीं है भी असी वो ग्रंथों को पढ़ के
ਵੀ ਅਸੀਂ ਬਹੁਤ ਮਹਾਨ ਬਣ ਗਏ। ਉਹ ਸੇਧ ਦਿੰਦੇ ਆ ਸਾਨੂੰ, ਜੋ ਗ੍ਰੰਥਾਂ 'ਚ ਲਿਖਿਆ ਹੁੰਦਾ ਵਧੀਆ ਲਿਖਿਆ ਹੁੰਦਾ, ਪਰ ਅਸੀਂ ਉਸ ਰੱਬ ਨੂੰ, ਉਸ ਖੁਦਾ ਨੂੰ ਖੁਸ਼ ਕਰਨ ਦੇ ਵਾਸਤੇ ਪਤਾ ਨਹੀਂ ਕੀ ਕਰਦੇ ਆ, ਖੁਸ਼ ਕਰਨ ਦੇ ਵਾਸਤੇ। ਪਰ ਪਰਮਾਤਮਾ ਖੁਸ਼ ਉਦੋਂ ਹੁੰਦਾ ਜਦੋਂ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ, ਕਿਸੇ ਨਾਲ ਹਰੇਕ ਨਹੀਂ ਕਰਦੇ, ਕਿਸੇ ਨਾਲ ਜਾਤੀ ਨਹੀਂ ਕਰਦੇ। ਅਸਲ ਉਦੋਂ ਹੀ ਪਰਮਾਤਮਾ ਖੁਸ਼ ਹੁੰਦਾ, ਨਹੀਂ ਤੇ ਉਹ ਖੁਸ਼ ਨਹੀਂ। ਹੁਣ ਅਸੀਂ ਵੇਦ ਪੜ੍ਹਦੇ ਆ, ਗ੍ਰੰਥ ਪੜ੍ਹਦੇ ਆ, ਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜਿਹੜਾ ਉਹਦੀ ਵਿਚਾਰ ਨਹੀਂ ਕਰਦਾ ਉਹ ਬੰਦਾ ਝੂਠਾ ਹੈ। ਵੇਦ ਗ੍ਰੰਥ ਨਹੀਂ ਝੂਠੇ ਹੋਇਆ ਕਰਦੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਉਹ ਨਹੀਂ ਝੂਠ। ਅਸੀਂ ਪੜ੍ਹਨ ਵਾਲੇ ਉਹਦੇ ਅਰਥ ਗਲਤ ਕਰਕੇ ਲੋਕਾਂ ਨੂੰ ਝੂਠ ਸੁਣਾ ਸਕਦੇ ਆ, ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਝੂਠ ਨਹੀਂ ਕਿਤੇ ਹੈ। ਇਸੇ ਤਰ੍ਹਾਂ ਹੀ ਕੁਰਾਨ ਸ਼ਰੀਫ, ਬਾਈਬਲ, ਗੀਤਾ, ਰਾਮਾਇਣ, ਇਹ ਧਾਰਮਿਕ ਗ੍ਰੰਥ ਹੁੰਦੇ ਨੇ, ਇਹਨਾਂ ਦੇ ਵਿੱਚ ਗਲਤ ਨਹੀਂ ਹੁੰਦਾ ਲਿਖਿਆ, ਪਰ ਅਸੀਂ ਜਦੋਂ ਬੋਲਣਾ ਉਦੋਂ ਉਹਨਾਂ ਦੇ ਵਿਚਾਰ ਗਲਤ ਸੁਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਆ। ਪਰ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਕਹਿੰਦੇ ਜਿਹੜਾ ਉਹਨਾਂ ਨੂੰ ਵਿਚਾਰ ਨਹੀਂ ਕਰਦਾ ਅਸਲ ਵਿੱਚ ਝੂਠਾ ਉਹ ਹੈ। ਹੁਣ ਅਸੀਂ ਕਹਿੰਦੇ ਆ ਕਿ ਕੁਝ ਦਿਨਾਂ ਵਾਸਤੇ ਬੀਬੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਨਹੀਂ ਆ ਸਕਦੀ, ਉਹ ਪਾਠ ਨਹੀਂ ਕਰ ਸਕਦੀ, ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਲਿਖਿਆ ਹੀ ਨਹੀਂ। ਗੁਰੂ ਸਾਹਿਬ ਦੇ ਸਮਝ ਕਹਿੰਦੇ ਆ ਭਾਈ, ਕਹਿੰਦੇ ਜਿਉਂ ਗੁਰੂ ਸਿਰਨਾਵਣੀ ਆਵੇ ਵਾਰੋ ਵਾਰ, ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ, ਸੁੱਚੇ ਇਹ ਨਾ ਆਖੀਐ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋ। ਕਹਿੰਦੇ ਉਹਨੂੰ ਤੁਸੀਂ ਅਪਵਿੱਤਰ ਕਹਿੰਦੇ ਹੋ, ਤੇ ਆਪਣੇ ਆਪ ਨੂੰ ਤੁਸੀਂ ਪਵਿੱਤਰ ਕਹਿੰਦੇ ਹੋ ਵੀ ਮੈਂ ਇਸ਼ਨਾਨ ਕਰਕੇ ਆਇਆ, ਮੈਂ ਨਹਾ ਧੋ ਕੇ ਆਇਆ। ਤੇ ਗੁਰੂ ਸਾਹਿਬ ਕਹਿੰਦੇ ਭਾਈ ਨਹਾਉਣ ਦਾ ਕੀ ਫਾਇਦਾ, ਜੇ ਜੀਵ ਤੋਂ ਜਵਾਨ ਤੋਂ ਗੰਦੇ ਬੋਲਣਾ, ਹਰ ਟਾਈਮ ਝੂਠ ਬੋਲਣਾ, ਕਹਿੰਦੇ ਫਿਰ ਨਹਾਉਣ ਦਾ ਵੀ ਕੀ ਫਾਇਦਾ। ਤੇ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹਦੇ ਅਸੀਂ ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਭਾਈ ਜਿਹੜੇ ਗ੍ਰੰਥ ਨੇ ਇਹ ਝੂਠੇ ਨਹੀਂ ਹੈਗੇ, ਝੂਠੇ ਤੁਸੀਂ ਹੋ ਜਿਹੜੇ ਉਹਦੀ ਸਹੀ ਵਿਚਾਰ ਨਹੀਂ ਕਰਦੇ, ਜਿਹੜੇ ਉਹਦੀ ਸਹੀ ਵਿਚਾਰ ਨਹੀਂ ਕਰਦੇ। ਸਹੀ ਵਿਚਾਰ ਕੀ ਹੈ ਜੀ? ਹੁਣ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੀ ਪਰਮਾਤਮਾ ਸਾਰਿਆਂ 'ਚ ਹੈ, ਚਾਹੇ ਕੋਈ ਪਸ਼ੂ ਹੈ, ਚਾਹੇ ਪੰਛੀ ਹੈ, ਚਾਹੇ ਇਨਸਾਨ ਹੈ, ਚਾਹੇ ਕੋਈ ਦਰਖਤ ਖੜਾ ਹੈ, ਸਾਰੇ ਜੋ ਵੀ ਮੌਜੂਦ ਹੈ। ਤੇ ਅਸੀਂ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਅਸੀਂ ਪਤਾ ਨਹੀਂ ਕੀ ਕਰਦੇ ਹਾਂ। ਤੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਈ ਕਹਿ ਕਹੋ, ਤਉ ਕਿਉ
मारदा क्यों है? जिंद जिहदे जिंद है उन्होंने मारता, जिहदे जिंद नहीं उहदे अगे चढ़ारे, उहदे अगे चढ़ारे, जिहदे अगे जिंद नहीं, जिंद जिंद नहीं, ते जिंद जिंद है उन्होंने कटता। कहते किधर का न्याय है तेरा, ये किधर का तेरा धर्म है? जिवें असीं अनजाने असीं फुल तोड़ते हैं, फुल तोड़ के किसी मूर्ति के अगे रख देते हैं। हुण फुल दे विच ते जार है, फुल दे विच ते जिंद है। जिहड़ा फुल सानू खुशबू वंडदा है, जिहड़ा फुल सानू महका वंडदा है, ते जिहदे अगे जाके घरे ने उहदे च ते जिंद है नहीं, उहदे पत्थर है, उहदे च जिंद नहीं है। जिहदे अगे जाके उसने घरे ते उत्थे भी गुरु साहब ने कहा बाती तोड़े मालनी, बाती बाती जियो, जिस पहाड़ को बाती तोड़े सो पहाड़ मेरे जियो। कहते जिहदे अगे अड्डे रखे ना फुल तोड़ के उहदे च ते जिंद नहीं है, ते जिहदे च जिंद सी ਉਹ ਤੋੜਦੇ, ਉਹ ਤੋੜਦੇ। ਇਹਨੂੰ ਖੁਸ਼ ਕਰਨ ਵਾਸਤੇ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਅਸੀਂ ਨੇ ਉਹ ਖੁਸ਼ਬੂਦਾਰ ਫੁੱਲ ਤੋੜਦੇ ਵੀ ਪਰਮਾਤਮਾ ਨੂੰ ਖੁਸ਼ ਕਰਾਂਗੇ। ਏਦਾਂ ਪਰਮਾਤਮਾ ਥੋੜਾ ਖੁਸ਼ ਹੋਵੇ, ਉਹਨੂੰ ਖੁਸ਼ ਕਰਨ ਵਾਸਤੇ ਆਪਣੇ ਦਿਲ ਨੂੰ ਲੋਕੀਏ, ਆਪਣੇ ਆਪ ਨੂੰ ਦੇਖੀਏ। ਉਹਨੂੰ ਖੁਸ਼ ਕਰਨ ਵਾਸਤੇ ਅਸੀਂ ਆਪਣੇ ਆਪ ਦੀ ਵਿਚਾਰ ਕਰਾਂਗੇ, ਨਾ ਕਿ ਫੁੱਲ ਤੋੜਨ ਦੇ ਨਾਲ ਜਾਂ ਕੋਈ ਪਸ਼ੂ ਪੰਛੀ ਨੂੰ ਮਾਰ ਕੇ ਉਸ ਦੇ ਅੱਗੇ ਰੱਖਣ ਦੇ ਨਾਲ ਉਹ ਖੁਸ਼ ਹੋ ਜਾਊਗਾ। ਕਹਿੰਦੇ ਇਸ ਤਰ੍ਹਾਂ ਨਹੀਂ, जाओ सब में एक खुदाए कह कहो तो क्यों मुर्गी मारे। भगत कबीर साहब कहते फिर क्यों उन्होंने घाण करते, क्यों मारते उन्होंने, जिहदे अगे ले जाके कर रहे हैं उत्ते जिंद है ही नहीं, उत्ते पत्थर है, उत्ते पत्थर है। अज दो पत्थर पे ने, एक नूं घड़ के किसी ने मूर्त बनाती, कोई देवी देवते की मूर्त बनाती, एक पत्थर उसे पर ही पिया, उन्होंने नाली से रखता, उन्होंने पैर धर के लंघते हैं लोग, ते जिहड़े दी मूर्त बनाती उन्होंने मंदिर च रखता, उसकी पूजा हो रहा। ते भगत कबीर साहब कहते है तो पत्थर है, तो वही है, तो वही मुल्ला कहो न्याओ खुदाई। कहते काहदा न्याय है तेरा, ये काहदा न्याय है भी तू उस रब को खुश करने के वास्ते किसी जीव की हत्या की, किसी जीव को मारता। कहते इस तरह परमात्मा खुश हो जू, जे उन्होंने खुश करना है ना तो कहते अपने अंदर नूं झाती बाहर, अपने अंदरों अपने दिल नूं खोज लै, वो दिल के विचों वो प्रगट हो गए, फिर सारे दे विच ओही नजर आवे, ओही नजर आवे। तब करारी जो करो हाजिर हजूर खुदाए। कहते फिर वो सारे दे विच नजर आवे, चाहे कोई बच्चा है, चाहे कोई जवान है, चाहे कोई बुढ़ा है, चाहे कोई बीबी है, चाहे कोई भाई है, सारे वो नजर आए। पर जो असीं कहिए ना भी किसी जीव की हत्या करके असीं उहदे अगे रख के भी कहांगे भी परमात्मा खुश हो गया, कहते एक काहदा न्याय है मेरा, अपने आप को वड्डा कहो रहा मुल्ला। कहते काहदा न्याय है मेरा, मुल्ला कहो न्याय खुदाई। कहते
तेरे मन का भरम पै गया, हुण ये तेरे मन का भरम जिहड़ा है ना ये नहीं हुण दूर हुंदा जिहड़ा तेरे मन च भरम पै भुलेखा पै ये हुण तेरे मन का भरम जिहड़ा है ना ये नहीं निकल सकदा। मन का भरम जे असीं दूर करना ना असीं गुरु साहब के बचनां नूं अपने जीवन च लागू करना। फिर साडे मन का जिहड़ा भुलेखा है, साडे मन का वहम है, वो फिर निकलना है। जे असीं कहिए ना भी शराब की बोतल चढ़ा के खुश हो जाऊगा, जां ਉਹਦੇ ਅੱਗੇ ਕਿਸੇ ਜੀਵ ਦੀ ਹੱਤਿਆ ਕਰਕੇ ਉਹਦੇ ਸਾਹਮਣੇ ਲੈ ਜਾਈਏ ਉਹ ਖੁਸ਼ ਹੋ ਜਾਊਗਾ, ਨਹੀਂ। ਕਹਿੰਦੇ ਤੇਰੇ ਮਨ ਦਾ ਭੁਲੇਖਾ ਹੈ, ਤੇਰੇ ਮਨ ਦਾ ਵਹਿਮ ਹੈ, ਇਹ ਵਹਿਮ ਨੂੰ ਕੱਢ ਦੇ, ਇਹ ਵਹਿਮ ਨੂੰ ਕੱਢ ਦੇ। ਜਿਹੜੇ ਧਾਰਮਿਕ ਅਸਥਾਨਾਂ ਤੇ ਸ਼ਰਾਬਾਂ ਚੜ੍ਹਦੀਆਂ ਨੇ ਉਹਨਾਂ ਨੂੰ ਧਾਰਮਿਕ ਅਸਥਾਨ ਥੋੜ੍ਹਾ ਕਹਾਂਗੇ, ਧਾਰਮਿਕ ਅਸਥਾਨ ਨਹੀਂ ਕਹਿ ਸਕਦੇ। ठीक है उत्थे शराब बिकती है, उन्होंने असीं धार्मिक स्थान थोड़ा कहांगे। जिथे चलती है शराब उन्होंने फिर धार्मिक स्थान असीं किवें कह देंगे? नहीं कह सकते। धार्मिक का भाव होंदा धर्म दे काम करके, धर्म किसे दा किसे नूं कोई तकलीफ है ਉਹਦੇ ਵਾਸਤੇ सोचा जा सकता है, पर ये थोड़ा है भी शराबा चढ़ाइए उत्थे जाके भला होगा, या किसी के अगे असीं मांस रख दीए, जिन्होंने भगत जी ने कहा तो क्यों मुर्गी मारे, भाव के एक पंछी का नाम जिक्र किया ना, उन्होंने कहा भी सारे को ने, किसी को भी मारना चंगा नहीं है, जे असीं अपने भले वास्ते किसी को मारते हैं, अपने भले वास्ते। हाँ जो कोई ऐसी कोई घटना वापरती है जो कोई जहरीला कोई जानवर साडे ते अटैक करता है, असीं उहनूं अपने बचाव लई उहनूं मारदे हो, अपने बचाव लई मारदे आ, पर असीं ये नहीं हुंदा भी उस परमात्मा नूं, उस खुदा नूं, उस अल्लाह नूं, उस वाहिगुरू नूं खुश करने दे वास्ते उहनूं मारीए। वो इस तरह नहीं खुश होता। हाँ साडे ते कोई अटैक किया किसी जानवर ने, किसी पशु ने, किसी पंछी ने, उदों बंदा अपने बचाव लई सारा कुछ करता है, पर परमात्मा इस तरह खुश नहीं हुंदा। गुरु साहब कहते कि तेरे मन का भरम है, भगत कबीर साहब कहते ये तेरे मन का भरम है भाई। पकड़ कीओ आनिया, आनिया का भाव होगा लिया, पकड़ के लिया, पकड़ कीओ आनिया, देह विनाशी माटी को बिस्मल किया। बिस्मल होगा अल्लाह के नाम, अल्लाह के नाम से कोई चीज भेंट करे। कहते पकड़ कीओ आनिया, हुण किसी पंछी को फड़ लिया, फड़ के लिया के उन्होंने मारता, देह विनाशी खत्म करता, माटी को बिस्मल किया। कहते वो मुर्गी आदि जो भी मारिया मारन तो बाद वो शरीर को खत्म करता, नाश करता, जो शरीर की मिट्टी बन गई ना मरण तो बाद, चाहे कोई इंसान है जो मर जाता है उस बाद असीं कहते हैं कि शरीर मिट्टी है भाई, मिट्टी बन गया इसे। जिन्ना चिर जिंद है उन्ना चिर उसका नाम है, जो जिंद निकल गई उदों मिट्टी है। तो भगत कबीर साहब कहते मिट्टी को खुदा के नाम से कुर्बान किया, खुदा की भी भेंट करने वास्ते लेके जा रहे हैं। काहदा न्याय है, काहदा न्याय है, एक काहदा न्याय है मेरा, तू परमात्मा को
ਕਿਸੇ ਜੀਵ ਦੀ ਹੱਤਿਆ ਕਰਨਾ, ਇਹ ਕਾਹਦਾ ਨਿਆਂ ਹੈ? ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ। ਕਹਿੰਦੇ ਮਾੜੇ ਬੰਦਿਆਂ ਦੇ ਕੋਲ ਵੀ ਨਾ ਖੜੋ, ਸਾਕਤ ਬੰਦਿਆਂ ਦੇ ਕੋਲ ਵੀ ਨਾ ਖੜੋ, ਖਰਾਬ ਕਰ ਦੇਣਗੇ ਕੰਮ। ਜਿਹੜੇ ਇਸ ਤਰ੍ਹਾਂ ਦੇ ਭਰਮਾਂ 'ਚ ਲੋਕਾਂ ਨੂੰ ਪਾਉਂਦੇ ਨੇ, ਕਹਿੰਦੇ ਉਹਨਾਂ ਦੇ ਕੋਲ ਵੀ ਨਾ ਖੜੋ, ਖਰਾਬ ਕਰ ਦੇਣਗੇ ਕੰਮ, ਖਰਾਬ ਕਰ ਦੇਣਗੇ। ਕਬੀਰ ਸਾਕਤ ਦੇ ਸੁਕਰ ਭਲਾ ਰੱਖਿਆ ਅੱਛਾ ਜਾਓ, ਉਹ ਸਾਕਤ ਬੱਪਾ ਮਰ ਗਿਆ, ਕੋਈ ਨਾ ਰਿਹਾ ਜਾਓ। ਕਹਿੰਦੇ ਸਾਕਤ ਨਾ ਬਣੀਏ। ਸਾਕਤ ਕੌਣ ਹੁੰਦਾ? ਜਿਹੜਾ ਰੱਬ ਨਾਲ ਮੁਕਿਆ ਹੋਇਆ। ਯਾਰ ਜੀਵ ਤੋਂ ਮਾਰਾ ਨਾ ਬਣੀਏ। ਤੇ ਭਗਤ ਕਬੀਰ ਸਾਹਿਬ ਕਹਿੰਦੇ ਜੀਵ ਨੂੰ ਮਾਰਾ ਬਣਾ ਲੈ ਭਾਈ, ਮਾਰਾ ਬਣਾ ਲੈ ਇਸ ਜੀਵ ਦੀ, ਉਸ ਪਰਮਾਤਮਾ ਨੂੰ ਜਪ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਆਦ ਜੁਗਾਦੀ ਸਗਲ ਭਗਤ ਕਾਕੋ ਸੁਖ ਵਿਸਰਾਮ। ਕਹਿੰਦੇ ਮਾਲਾ ਬਣਾ ਲੈ ਜੀਵ ਦੀ, ਆ ਜੀਵ ਦੀ ਹੀ ਮਾਲਾ ਬਣਾ ਲੈ। ਤੇ ਮਾਰਿਆਂ ਤੋਂ ਵੱਧ ਜਿਹੜੇ ਤੇਰੇ ਅੰਦਰ ਨੂੰ ਖਰਾਬ ਕਰਦੇ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਭਾਈ ਜੋਤ ਸਰੂਪ ਅਨਾਹਤ ਲਾਗੀ, ਕਉ ਵਰਾਲ ਕਿਆ ਕੀਆ। ਉਹ ਪ੍ਰਭੂ ਜਿਸ ਦਾ ਸਰੂਪ ਜੋ ਵੀ ਜੋਤ ਹੈ, ਨੂਰ ਹੀ ਨੂਰ ਹੈ, ਇੰਨਾ ਨੂਰ ਉਸ ਮਾਲਕ ਨੇ। ਤੇ ਜੋ ਅਵਨਾਸੀ ਹੈ, ਜੋ ਨਾਸ ਨਹੀਂ ਹੁੰਦਾ ਕਦੇ, ਕਿਉਂਕਿ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਸੱਚ ਨਾਮ, ਉਹ ਕਦੇ ਖਤਮ ਨਹੀਂ ਹੁੰਦਾ। ਜਦੋਂ ਅਸੀਂ ਬਾਣੀ ਸ਼ੁਰੂ ਕਰਦੇ ਆ, ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦਾ ਪਰਮਾਤਮਾ ਜਦੋਂ ਇਹ ਸੰਸਾਰ ਤੇ ਕੁਛ ਨਹੀਂ ਸੀ, ਉਦੋਂ ਵੀ ਉਹਦਾ ਨਾਮ ਸੱਚ ਸੀ। ਅਵਿਨਾਸੀ, ਜਿਹੜਾ ਨਾਸ ਨਹੀਂ ਹੁੰਦਾ। ਤੇ ਜਦੋਂ ਦੁਨੀਆ ਹੋਣ ਜਾਏ, ਉਦੋਂ ਵੀ ਪਰਮਾਤਮਾ ਦਾ ਨਾਮ ਸੱਚ ਸੀ। ਤੇ ਅੱਜ ਵੀ ਪਰਮਾਤਮਾ ਦਾ ਨਾਮ ਸੱਚ ਹੈ। ਤੇ ਜਦੋਂ ਦੁਨੀਆ ਨਹੀਂ ਹੋਊਗੀ, ਉਦੋਂ ਵੀ ਪਰਮਾਤਮਾ ਦਾ ਨਾਮ ਸੱਚ ਰਹਿਣਾ। ਅਰਬਦ ਨਰਬਦ ਧੁੰਦੂ ਤਾਰਾ। ਅਰਬਾਂ ਖਰਬਾਂ ਸਾਲ ਪਹਿਲਾਂ ਜਦੋਂ ਧੁੱਪਾਂ ਹਨੇਰਾ ਸੀ ਇਸ ਸੰਸਾਰ ਤੇ, ਉਦੋਂ ਵੀ ਕਹਿੰਦੇ ਪਰਮਾਤਮਾ ਦਾ ਨਾਮ ਤੇ ਸੱਚ ਸੀ। ਉਹ ਵਿਨਾਸੀ ਪਰਮਾਤਮਾ ਜਿਹੜਾ, ਉਹ ਕਦੇ ਵੀ ਨਾਸ ਨਹੀਂ ਹੁੰਦਾ, ਉਹ ਨਾਸ ਨਹੀਂ ਹੁੰਦਾ। ਫਿਰ ਉਹਨੂੰ ਖੁਸ਼ ਕਰਨ ਵਾਸਤੇ ਅਸੀਂ ਕਿਸੇ ਦੀ ਹੱਤਿਆ ਕਰ ਰਹੇ ਹਾਂ। ਕਹਿੰਦੇ ਇਹ ਚੰਗਾ ਕੰਮ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੇ ਭਗਤ ਕਬੀਰ ਸਾਹਿਬ ਜੀ ਨੇ ਫਿਰ ਕਿਹਾ, ਕਿਆ ਉੱਜੂ ਪਾਪ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਹੁਣ ਜਿਹੜਾ ਮੁਸਲਮਾਨ ਵੀਰ ਨੇ ਨਾ, ਉਹ ਕੀ ਕਰਦੇ ਆ? ਉਹ ਸਵੇਰੇ ਉੱਠਣ ਤੋਂ ਬਾਅਦ ਉਹਨਾਂ ਨੇ ਉੱਜੂ ਸੱਜ ਲਿਆ, ਭਾਵ ਕਿ ਅਸੀਂ ਕਹਿ ਦਿੰਦੇ ਹਾਂ, ਅਸੀਂ ਸਾਡੀ
साहब कहते भाई क्या उज्जू पाक किया मुंह धोया क्या नसीब सिर लाया कहते की फायदा होया तेरा उज्जू साजण का की फायदा होया तेरा मुंह धोण का कहते की फायदा होया तेरा नमाज पढ़ने का की फायदा होया बस एक ही फायदा है भी असी लोगों को इस तरीके दे नाल लुट सकते हैं असी इस तरीके दे नाल लोगों को लुट सकते हैं ते भगत कबीर साहब कहते ते चंगी गल है नहीं मेरे वास्ते तू अपने दिल को नहीं खोजिया अपने दिल के अंदरों को उस परमात्मा को प्रगट कर तू किहड़े कामां च पै गया किहड़े कामां च पै गया भी मैं एक पासे किसी पशु की पंछी की बलि लेके मैं उन्हें खुश कर लांगा कहते तेरे मन का भरम पै गया ये भरम कितों निकलू ये भुलेखा तेरा ये कितों निकलूगा की फायदा कहते भाई मोह तो की फायदा तेरा उज्जू साजण का जेडे लोग सुपने पे उन्होंने वास्ते कबीर साहब जी ने भी कहा है उठ फरीदा बाबा फरीद साहब जी ने उठ फरीदा उज्जू साज सुबह निवाज गुजार जो सिर साई ना निभे सो सिर का पुकार कट नहीं रहे गल भगत कबीर साहब जी की गल बाबा फरीद साहब कट नहीं रहे उन्होंने कहा धर्म में पढ़ना धर्म में उज्जू साजना धर्म में नमाज पढ़नी वो धर्म है बाबा फरीद साहब कहते उठ फरीदा उज्जू साज सुबह नमाज गुजार जो सिर साई ना मिले सो सिर कट उतार कहते सिर कट देना चाहिए जिहड़ा सिर कहते उस मालक के अगे झुके कट दो ते बाबा फरीद साहब कहते भाई ठीक है उज्जू साजना चाहिए मुंह धोना चाहिए इशनान करना चाहिए अपनी नमाज पढ़नी चाहिए है पर कहते जे तू कहे भी मैं किसी को मार के किसी को हलाल करके भी मैं उस मालिक को खुश कर लांगा ये नमाज पढ़ी मेरी परवाह है तो कहते ना भाई ये तेरी बड़ी परवाह है इदा नहीं कहते इदा थोड़ा ऐसी गलवारी पढ़ते हैं पढ़ गड्डी लगी है कहते चाहे गड्ढे लग जाओ तुम एक नहीं चाहे ग्रंथों के पढ़ के गड्ढे लग जाओ पढ़ गड्डी लगी है पढ़ भरी है साफ पढ़ वेड़ी पाई है पढ़ गड्डी है खाप पढ़ी है जिते वर्ष पढ़ी है जिते वास पढ़ी है जिती आरजा पढ़ी है जिते सास नानक लेके एक गल होर होवे झकना झाक कहते होवे नहीं फस गए फिर तेरे ये पढ़ के अमल किया ही नहीं अमल तो किया नहीं और भगत कबीर साहब कहते भाई किसी को मारना नहीं है फिर तेरी नमाज पढ़ी भी परवाह है फिर तेरा उज्जू साजना भी परवाह है फिर तेरा मसीत च गया भी परवाह है पर कहते जे तू माड़े काम करेगा तेरा उज्जू साजना भी परवाह नहीं तेरा मुंह तो है भी
ਸਿਰ ਨਿਭਾਉਣਾ ਵੀ ਪਰਿਵਾਰ। ਉਹ ਗੱਲ ਸਾਡੇ ਤੇ ਵੀ ਲਾਗੂ ਹੈ, ਕੱਲਾ ਮੁਸਲਮਾਨ ਤੇ ਨਹੀਂ, ਉਹ ਸਾਡੇ ਤੇ ਵੀ ਲਾਗੂ ਹੈ। ਤੇ ਗੁਰੂ ਸਾਹਿਬ ਕਹਿੰਦੇ ਕੀ ਫਾਇਦਾ ਤੇਰਾ ਰੋਜ਼ ਗੁਰਦੁਆਰਾ ਸਾਹਿਬ ਆਉਣਾ, ਕੀ ਫਾਇਦਾ ਜੇ ਅੰਦਰੋਂ ਵਿਕਾਰ ਤੇ ਛੱਡੇ ਹੀ ਨਹੀਂ, ਅੰਦਰੋਂ ਵਿਕਾਰ ਤੇ ਛੱਡੇ ਹੀ ਨਹੀਂ, ਕੀ ਫਾਇਦਾ ਝਾੜੂ ਲਾਉਣ ਦਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਦਿਨ ਵੀ ਕੀ ਫਾਇਦਾ ਜੇ ਆਪਣੇ ਅੰਦਰੋਂ ਕਾਮ ਨਾ ਵਿਸਰਿਓ, ਕਾਮ ਤਾਂ ਛੱਡਿਆ ਨਹੀਂ, ਕ੍ਰੋਧ ਨਾ ਵਿਸਰਿਓ, ਕ੍ਰੋਧ ਵੀ ਨਹੀਂ ਛੱਡਿਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਵਿਸਰਿਓ, ਲੋਭ ਨਾ ਛੱਡਿਓ ਦੇਵਾ, ਲੋਭ ਵੀ ਛੱਡਿਆ ਨਹੀਂ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਪਰਾਈ ਨਿੰਦਿਆ ਨਹੀਂ ਛੱਡੀ, ਨੇ ਫਲ ਭਈ ਸਭ ਸੇਵਾ। ਕਹਿੰਦੇ ਤੇ ਨੇ ਫਲ ਸਾਰਾ ਕੁਛ ਉੱਥੇ ਕੰਮ ਨਹੀਂ ਆਇਆ। ਕੰਮ ਆਉਣ ਵਾਸਤੇ ਸਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ, ਇਹ ਚੀਜ਼ਾਂ ਤਿਆਗਣੀਆਂ ਪੈਣਗੀਆਂ। ਫਿਰ ਉਹ ਵੱਲ ਸਾਡੇ ਅੰਦਰੋਂ ਪ੍ਰਗਟ ਕਰਦਾ ਹੈ, ਫਿਰ ਪ੍ਰਗਟ ਹੋਏਗਾ। ਤੇ ਗੁਰੂ ਸਾਹਿਬ ਕਹਿੰਦੇ ਜਾਓ ਦਿਲ में कपट निवाज गुजारो, क्या हद कब जाया। कहते ये साडे दिल च पाप है, साडे दिल च क्रोध है, फिर कहते की फायदा, फिर की फायदा। कहते जाओ दिल में कपट निवाज गुजारो, कहते की फायदा फिर निवाज पढ़न का जे तेरे अंदर खोट है, खोट ते निकलिया, कहते की फायदा तेरा बाणी पढ़न का जे तेरे अंदरों खोट ते निकलेगी, खोट ते निकलेगी, खरा ते बनेगी। खरा बनने वास्ते गुरबाणी पढ़नी है, पर जे खरे बने ही नहीं, 10 साल तो 20 साल तो 50 साल तो पढ़ रहे हैं, खरे तो बने। आओ देखो गंगसर देखो गुरुद्वारा साहब के विच उत्थे इतिहासक खूह है, गंगसर देखो इतिहासक खूह है, वो खूह के विचों वो गुरुद्वारा साहब के प्रबंधकों दीयां शराब दीयां बोतलां मिलियां ते मांस के टुकड़े मिले। कितना रौला पै रहा है, किन्ने चिरां तो उत्थों वो प्रबंध चल रहा है उन्होंने कब्जे हेठ। की फायदा कहते की फायदा होया, वो अश्लील समान मिलिया जिहदा नाम नहीं लिया जाता इस लैक दे विच, वो समान मिलिया, वो खूह नूं लोग पूजते हैं, इतिहासक खूह, पर उहदे विचों इस तरह का समान मिलिया। ते गुरु साहब कहते की फायदा होया बाणी पढ़न का। जदों मन ते आ कुछ चलता, मन ते मारे ख्याल चलते हैं, की फायदा कहते बाणी पढ़न का। बाणी पढ़न का तां फायदा है जे असीं गुरु तो सेध लैके अपने आप को सवारीए, अपने आप को सवारीए। आ बाहर का श्रृंगार कर लिया ते अंदर काला होया पिया, आ बाहर के श्रृंगार नूं की करांगे भाई। आ जिहड़ा बाहरला श्रृंगार है ना, इहनूं की करांगे जे पति घर ना आवे, औरत सज धज के बैठी होवे, पति आवे ना घर, ਉਹਨੂੰ ਪੁੱਛ ਕੇ ਵੇਖੋ ਹਾਰ ਸ਼ਿਕਾਰ ਕਿੰਨਾ ਸੋਹਣਾ ਲੱਗਦਾ, ਉਹਨੇ ਕਹਿਣਾ ਨਾ ਪਤੀ ਤੇ ਮੇਰਾ ਆਇਆ, ਪਤੀ ਤੇ ਆਇਆ ਨਹੀਂ ਘਰ। ਜੇ ਪਰਮਾਤਮਾ ਪਤੀ ਸਾਡੇ ਕੋਲ ਆਇਆ ਹੀ ਨਹੀਂ, ਆ ਹਾਰ ਸ਼ਿਕਾਰ ਕਰਨ ਦਾ ਕੀ ਫਾਇਦਾ। ਇੱਥੇ ਬੜਾ ਲੱਗਣਾ, ਭੈੜਾ ਲੱਗਣਾ, ਭੈੜਾ ਲੱਗਣਾ। पर गुरु साहब ने कहा भाई जाओ दिल में कपट निवाज गुजारो, क्या हज काबा जाया। कहते हज करे जाके की फायदा, कहते की फायदा हज करने का, की फायदा जो अपने आप को सवार नहीं सके। हज करने के नाल की बन जू सके। हुण असीं साडे वास्ते साडा काबा किहड़ा, ਅਸੀਂ ਦਰਬਾਰ ਸਾਹਿਬ ਜਾਂਦੇ ਆ, ਅੰਮ੍ਰਿਤਸਰ ਸਾਹਿਬ ਜਾਂਦੇ ਆ, ਜੇ ਅਸੀਂ ਉੱਥੇ ਜਾ ਕੇ ਵੀ ਸੁਧਰ ਕੇ ਨਹੀਂ ਆਏ, ਕੀ ਫਾਇਦਾ
ਜੇ ਸੁਧਰ ਕੇ ਨਹੀਂ ਆਉਣਾ, ਸਬਰ ਕੇ ਨਹੀਂ ਆਉਣਾ, ਕੀ ਫਾਇਦਾ ਕਰੇ। ਤੇ ਗੁਰੂ ਸਾਹਿਬ ਨੇ ਕਿਹਾ ਘੜੀ ਹੈ ਸ਼ਬਦ ਸੱਚੀ ਟਕਸਾਲ। ਕਹਿੰਦੇ ਜਿਹੜਾ ਕਾਰੀਗਰ ਹੁੰਦਾ ਨਾ, ਕਾਰੀਗਰ, ਉਹ ਜਦੋਂ ਪੱਥਰ ਨੂੰ ਘੜ ਕੇ ਮੂਰਤ ਬਣਾਉਂਦਾ ਹੈ, ਮੂਰਤ ਉਹਦੇ ਵਿੱਚ ਹੈ, ਉਹਨੇ ਫਾਲਤੂ ਪੱਥਰ ਉਤਾਰਤਾ, ਜਿਹੜਾ ਫਾਲਤੂ ਸੀ ਉਹ ਉਤਾਰਤਾ। ਤੇ ਆਹ ਜਿਹੜੀ ਟਕਸਾਲ ਹੈ ਨਾ ਗੁਰੂ ਦੀ, ਗੁਰੂ ਦਾ ਘਰ, ਇਹ ਐਸੀ ਟਕਸਾਲ ਹੈ, ਇਹ ਸਾਡੇ ਤੋਂ ਫਾਲਤੂ ਚੀਜ਼ ਲਾ ਦਿੰਦੀ ਹੈ, ਸਾਨੂੰ ਸਾਡੇ ਅੰਦਰੋਂ ਇੱਕ ਵਧੀਆ ਮੂਰਤ ਪੈਦਾ ਕਰ ਦਿੰਦੀ ਹੈ। ਪਰ ਜੇ ਅਸੀਂ ਮੂਰਤ ਬਣਨਾ ਚਾਹੀਏ ਤਾਂ ਘੜੀ ਹੈ ਸ਼ਬਦ ਸੱਚੀ ਟਕਸਾਲ, ਇਹ ਸੱਚੀ ਟਕਸਾਲ ਹੈ ਜਿਹੜੀ ਸਾਡੇ ਤੋਂ ਘੜ ਕੇ ਸਾਨੂੰ ਵਧੀਆ ਬਣਾ ਦਿੰਦੀ ਹੈ, ਪਰ ਅਸੀਂ ਉਹ ਬਣਨਾ ਹੀ ਨਹੀਂ ਚਾਹੁੰਦੇ। ਕਿਆ ਹੱਜ ਕਾਬਾ ਜਾਇਆ, ਕਹਿੰਦੇ ਕੀ ਫਾਇਦਾ ਤੇਰਾ ਕਾਬੇ ਜਾਣ ਦਾ, ਹੱਜ ਕਰਨ ਦਾ ਕੀ ਫਾਇਦਾ ਕਹਿੰਦਾ ਜੇ ਮਨ ਤੇ ਉਦਾਂ ਨਹੀਂ, ਉਹ ਤੇ ਬਦਲਿਆ ਨਹੀਂ, ਬਦਲਣਾ ਤੇ ਅਸੀਂ ਨੇ ਵਾਲੇ, ਉਹ ਤੇ ਬਦਲਿਆ ਨਹੀਂ, ਕੀ ਫਾਇਦਾ ਕਹਿੰਦੇ ਇਹਨੂੰ ਬਦਲੀਏ। ਇਹਨੂੰ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁਰ ਬਾਤ, ਬਾਹਰ ਦਿਸੈ ਕੰਨਣਾ, ਦਿਲ ਅੰਧਿਆਰੀ ਰਾਤ। ਕਹਿੰਦੇ ਗੱਲਾਂ ਸੋਹਣੀਆਂ ਕਰਦਾ, ਪਰ ਕਹਿੰਦੇ ਅੰਦਰੋਂ ਕਾਲਾ ਹੋਇਆ ਪਿਆ, ਕਾਲਾ, ਕੀ ਫਾਇਦਾ ਹੈ। ਤੂੰ ਨਾ ਪਾਕ ਨਹੀਂ ਸੁਝਿਆ, ਤਿਸ ਕਾ ਮਨ ਨਾ ਜਾਣਿਆ। ਤੂੰ ਨਾ ਪਾਕ ਕਹਿੰਦੇ ਨੇ ਅਪਵਿੱਤਰ ਨੂੰ, ਪਾਕ ਕਹਿੰਦੇ ਨੇ ਪਵਿੱਤਰ ਨੂੰ। ਹੁਣ ਜਦੋਂ ਮੁਸਲਮਾਨ ਵੀਰ ਨਾ ਉਹ ਕੋਈ ਗੱਲ ਕਰਦੇ ਆ, ਉਹ ਕਹਿੰਦੇ ਨੇ ਅੱਲਾਹ ਪਾਕ, ਅੱਲਾਹ ਪਾਕ, ਅੱਲਾਹ ਵਾਹਿਗੁਰੂ, ਪਾਕ ਪਵਿੱਤਰ। ਉਹ ਕਹਿੰਦੇ ਹੈ ਵੀ ਅੱਲਾਹ ਜਿਹੜਾ ਹੈ, ਵਾਹਿਗੁਰੂ ਜਿਹੜਾ ਹੈ, ਪਰਮਾਤਮਾ ਜਿਹੜਾ ਉਹ ਪਵਿੱਤਰ ਹੈ। ਪਰ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਤੂੰ ਨਾ ਪਾਕ, ਕਹਿੰਦੇ ਤੂੰ ਕਿਹਾ ਪਵਿੱਤਰ ਹੈ, ਤੂੰ ਉਹਦੇ ਨਾਲ ਲੱਗ ਕੇ ਪਵਿੱਤਰ ਹੋਣਾ, ਪਵਿੱਤਰ ਦੇ ਨਾਲ ਲੱਗ ਕੇ ਪਵਿੱਤਰ ਹੋਈਦਾ। ਜੇ ਅਸੀਂ ਮਾਰੇ ਆ ਨਾ ਤਾਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ ਰਹੀਏ। ਅਸੀਂ ਏਦਾਂ ਦੀ ਕੋਸ਼ਿਸ਼ ਬਣਾ ਕੇ ਰੱਖੀਏ ਵੀ ਅਸੀਂ ਨੇ ਸਬਰ ਲੈ, ਪਰ ਜੇ ਅਸੀਂ ਸਬਰ ਨਹੀਂ ਚਾਹੁੰਦੇ ਫਿਰ ਗੁਰੂ ਵੀ ਕੁਛ ਨਹੀਂ ਕਰਦਾ, ਗੁਰੂ ਕੁਛ ਨਹੀਂ ਕਰ ਸਕਦਾ ਫਿਰ ਜੇ ਅਸੀਂ ਸਬਰ ਨਹੀਂ ਚਾਹੁੰਦੇ। ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ, ਅੰਨੇ ਏਕ ਨਾ ਲਾਗਈ, ਜੋ ਵਾਰਸ ਬਜਾਈਏ ਉਹ। ਕਹਿੰਦੇ ਫਿਰ ਪੂਰਾ ਗੁਰੂ ਵੀ ਕੀ ਕਰ ਸਕਦਾ ਜੇ ਅਸੀਂ ਪੂਰੇ ਗੁਰੂ ਦੀ ਗੱਲ ਸੁਣਨੀ ਨਹੀਂ ਚਾਹੁੰਦੇ। ਪੂਰਾ ਗੁਰੂ ਫਿਰ ਕੀ ਕਰੂਗਾ ਭਾਈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਤੂੰ ਨਾ ਪਾਕ ਨਹੀਂ ਸੁਣਿਆ, ਕਹਿੰਦੇ ਉਹ ਪਵਿੱਤਰ ਨੂੰ ਤੂੰ ਜਾਣਿਆ ਨਹੀਂ, ਤਾਂ ਕਰਕੇ ਤੂੰ ਨਾ ਪਾਕ ਰਹਿ ਗਿਆ। ਤੂੰ ਅਪਵਿੱਤਰ ਤਾਂ ਰਹਿ ਗਿਆ ਕਿ ਉਹਨੂੰ ਜਾਣਿਆ ਨਹੀਂ ਤੈਂ। ਤਿਸ ਕਾ ਮਨ ਨਾ ਜਾਣਿਆ, ਇਹਦਾ ਦਾ ਭੇਦ ਜਾਣਿਆ ਨਹੀਂ ਤੈਂ, ਉਹਦਾ ਭੇਦ ਨਹੀਂ ਜਾਣਿਆ, ਉਹਨੂੰ ਜਾਣੀਏ ਅਸੀਂ, ਚਾਹੇ ਥੋੜਾ ਕਰਕੇ, ਥੋੜਾ ਅੰਤ ਨਹੀਂ ਪਾਇਆ ਜਾਂਦਾ ਹੁੰਦਾ ਪਰਮਾਤਮਾ ਦਾ, ਅੰਤ ਨਹੀਂ ਪਾਇਆ ਜਾਂਦਾ ਹੁੰਦਾ, ਪਰ ਪਰਮਾਤਮਾ ਨੂੰ ਸਮਝ ਤੇ ਸਕਦੇ ਆ, ਪਰ ਅੰਤ ਨਹੀਂ ਪਾਇਆ ਜਾਂਦਾ। ਅੰਤ ਪਾਉਣਾ ਕੋਈ ਹੋਰ ਗੱਲ ਹੈ ਤੇ ਪਰਮਾਤਮਾ ਨੂੰ ਸਮਝਣਾ ਕੋਈ ਹੋਰ ਗੱਲ ਹੈ। ਪਰਮਾਤਮਾ ਨੂੰ ਸਮਝਣਾ ਸੀ ਅੰਤ ਨਹੀਂ ਪਾਇਆ ਜਾਂਦਾ। ਤੇ ਲਾਸਟ ਭਗਤੀ ਜਿਹੜੀ ਭਗਤ ਕਬੀਰ ਸਾਹਿਬ ਜੀ ਦੇ, ਉਹਦੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਹਿ ਕਬੀਰ ਪਿਸਤ ਤੇ ਚੁੱਕਾ, ਦੋ ਜਗ ਸਿਓ ਮਨ ਮਾਨਿਆ। ਤੇ ਅੱਜ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। 1440 ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ। ਤੇ ਕਈਆਂ ਨੇ ਕਿਹਾ ਵੀ ਲਾਹੌਰ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਪਾਕਿਸਤਾਨ। ਪਰ ਜਦੋਂ ਅਸੀਂ ਭਾਈ ਕਾਹਨ ਸਿੰਘ ਨਾਭਾ ਉਹਨਾਂ ਦਾ ਮਹਾਨ ਕੋਸ਼ ਪੜ੍ਹਦੇ ਆ, ਉਹਨਾਂ ਨੇ ਕਿਹਾ ਵੀ ਕੋਈ ਇਹਨਾਂ ਨੂੰ ਸਿੱਟ ਗਿਆ ਸੀ ਜਨਮ ਵੇਲੇ, ਭਗਤ ਕਬੀਰ ਸਾਹਿਬ ਜੀ ਨੂੰ ਕੋਈ ਬਨਾਰਸ ਦੀ ਧਰਤੀ ਤੇ ਸਿੱਟ ਗਿਆ।
लिया। अज भगत कबीर साहब जी लोग नमस्कारा करते हैं। उन्होंने मां प्यो का भी नाम रोशन हो गया, जिन्होंने उन्होंने परवरिश की, जिन्होंने परवरिश की। भगत कबीर साहब जी ने अपनी छाती न लाया, अपना पुत बनाया। अज उन्होंने भी लोग सलामा करते हैं। कह कबीर कृष्ण ते चुका, कहे तू भलेखे च पै के ना दहशत तो खुंज गया, भाव के स्वर्ग तो खुंज गया भी मैं बलि दे के ना वो परमात्मा को खुश कर लेगा। कहते तू खुंज गया भाई, ते हुण तू कित्थे जावेगा? कहते हुण तेरे वास्ते दोजक स्यों मन मान लिया। कहते हुण ते तू उन्हां नरकां दी अग च ही गोते खाएगा, हुण तू बाहर नहीं निकल सकदा। कहे कबीर कृष्ण ते झुका, दोजक स्यों मन मानिया। कहते हुण तेरे वास्ते दोजक है, दोजक की अग तो सड़ेगा हुण, क्योंकि जिन्ना समा साडे कोल है, जे असीं माड़े कर्म करते रहे ना सारी दिहाड़ी ਉਹਦੇ ਵਿੱਚ ही घुटन महसूस हो के बंदा उत्थे ही मर जाए। असीं अपने आप थोड़ा जिहा गुरु के नाल लग के, गुरु के बचनों नूं अपने जीवन च लागू करके असीं आने वाले समय को स्वर्ग बनाइए, स्वर्ग आने वाले समय को असीं नरक ना बनाइए। सो भगत कबीर साहब जी ने जन्म दिहाड़े संगतां नूं लख 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 ਵਧਾਈਆਂ जी। बोलदियां तो एक नहीं अनेकों प्रकार ਦੀਆਂ गलतियां हो गई होंगियां, भुलां चुकां दी माफी बख्शे जी। आओ आनंद साहब का पाठ ते फिर अरदास, फिर हुक्मनामा साहब, फिर आपको अपने घर निकाले पाने हैं। सो कल नूं 6वें पातशाह गुरु हरगोबिंद साहब महाराज जी का प्रकाश पुरब है, ਉਹਦੇ ਬਾਬਤ थोड़ी विचार संगतां दे नाल आपां साझे करांगे। ते आओ हुण आनंद साहब दा पाठ। सतनाम श्री वाहिगुरू साहिब जी। राग बने महला तेजा, आनंद एक ओंकार सतगुर प्रसाद। आनंद मेरे नाम
मेरे वाके नाम जाने लागे सलोक पावे गाने जटा देव सुराम लाए गाया कन्या बुढ़िया करने आपको अपने जिंदगी नाम तेरा नानक ते मुख दिले जिंदगी नाम तेरा नानक ते मुख दिले किते छुटी वाहिगुरू जी का खालसा वाहिगुरू जी की फतेह तोता को मातवताम वाजते तुम्हारी कृपा कोई न जाने तुम्हारा अंत उचते सगल समगरे तुम्हारा सूत्र तारी तुम ते सो तुम्हारी गात में तो तुम्हें जाने नानक दास तुत आके अरदास मारी जियो कहो नानक सब तेरी वड्याई कोई ना जाने मेरा
ਸੁਭਾਅ ਦਾਦਾ ਆਪਣੇ ਕਾਰੀ ਪਾਤਸ਼ਾਹੀ ਨੂੰ ਬਖਸ਼ੋ। ਮੇਰੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਜੋਤੀਆਂ ਦੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਗੁਣਾ ਪਾਸ ਅਰਦਾਸ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਆਪ ਜੀ ਦੀ ਅਪਾਰ ਕਿਰਪਾ ਹੋਈ। ਚਾਰ ਪਹਿਰ ਰਹਿਣ ਸਿੱਖਾ ਨਾਲ ਪ੍ਰੀਤ ਹੋਈ। ਚਾਰ ਪਹਿਰ ਦਿਨ ਆਇਆ ਆਪਣੇ ਘਾੜੇ ਅੰਦਰ ਸੁੱਖਾ ਨਾਲ ਕਿਰਤ ਕਰਨਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਗੁਰਮਾਨ ਹਨ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਮੇਰਾ ਤੁਝ ਕੋ ਸੌਂਪਤੇ। ਕਿਆ ਲਾਗੇ ਮੇਰਾ ਨਿਵਾਣਾ ਕੰਸਾਰ। ਧੰਨ ਧੰਨ ਭਗਤ ਕਬੀਰ ਜੀ ਆਪ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ। ਆਪ ਜੀ ਦੇ ਹਜ਼ੂਰ ਵਿਖੇ ਤੁਰਕੀ ਬਾਣੀ ਆਈ। ਦਿਨ ਸਗਲੇ ਚਿੰਤਾ ਮਿਟਾਈ ਜੀ ਦੇ ਮਹਾਂਵਾਕਾਂ ਅਨੁਸਾਰ। ਸੰਮਤ ਮੇਰੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਹੋਏ ਉਪਰੰਤ ਆਪ ਜੀ ਦੇ ਜੀਵਨ ਬਾਰੇ ਗੁਰਬਾਣੀ ਕਥਾ ਵਿਚਾਰ ਹੋਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ। ਇੰਨੇ ਸਮੇਂ ਵਿੱਚ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਸਿਮਰਨ ਕਰਦਿਆਂ ਗੁਰਬਾਣੀ ਕਥਾ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ। ਅਣਜਾਣ ਵਿੱਚ ਸਮਝ ਕਿਵਾ ਕਰਨਾ ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਸੇਵਾ ਸਿਮਰਨ ਦੀ ਰਾਤ ਬਖਸ਼ਣਾ। ਸ਼ੁੱਧ ਗੁਰਬਾਣੀ ਕਥਾ ਵਿਚਾਰ ਦੀ ਰਾਤ ਬਖਸ਼ਣਾ। ਨਰੋ ਘਰੋਂ ਨਾਮ ਦੀ ਰਾਤ ਬਖਸ਼ਣਾ। ਬੜੀ ਸੁਣੀ ਬਾਣੀ ਦਾ ਭਾਵ ਸਮੂਹ ਦਾ ਰਹਿਣਾ। ਸੰਗਤਾਂ ਦੇ ਹਿਰਦੇ ਵਿੱਚੋਂ ਸੋਨਾ ਨਰੋ ਘਰੋਂ ਨਾਮ ਦੀ ਰਾਤ ਬਖਸ਼ਣਾ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ। ਦਿਲ ਖੋਲ੍ਹ ਕੇ ਢਾਵਾਂ ਦਾ ਪ੍ਰਵਾਨ ਕਰਨੀਆਂ। ਨਗਰ ਖੇੜੇ ਵਿੱਚ ਸੁਖ ਵਰਤਾਉਣੇ। ਕਾਲ ਕੰਟਕ ਦੁਖਾਂ ਦਰਿਦਰਾਂ ਦਾ ਨਾਸ ਕਰਨਾ। ਭਜਨ ਬਾਣੀ ਦਾ ਪ੍ਰਤਾਪ ਬਖਸ਼ਣਾ। ਵਾਹਿਗੁਰੂ ਜੀ ਧੰਨ ਧੰਨ ਭਗਤ ਕਬੀਰ ਜੀ ਆਪ ਜੀ ਨੂੰ ਆਪ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਣਜਾਣ ਬੱਚੇ ਹਨ। ਭੁੱਲਾਂ ਗਲਤੀਆਂ ਜ਼ਰੂਰ ਹੁੰਦੀਆਂ ਹੋਣਗੀਆਂ। ਆਪ ਬਖਸ਼ਣਾ। ਹੱਥ ਪਾਉ ਅਣਜਾਣ ਵਿੱਚ ਸਮਝ ਕਿਵਾ ਕਰਨਾ। ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਬਾਣੀ ਅਤੇ ਬਾਣੀ ਦਾ ਪਿਆਰ ਬਖਸ਼ਣਾ। ਸੋ ਆਪ ਕਿਰਪਾ ਕਰੋ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਤਾਂ ਨੂੰ ਵਿਹਾਰ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਸਤਿਆਵੇ। ਗੁਰੂ ਨਾਨਕ ਨਾਮ ਸੱਚੇ ਕਾ ਤੇਰੇ ਬਾਣੀ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਆਗਿਆ ਪਈ ਅਕਾਲ ਕੀ। ਸਦਾ ਚਲਾਇਓ ਪੰਥ ਤਾਉ ਸੇ ਕਰ ਕੋ ਕਮ ਹੈ ਗੁਰੂ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੁਝੈ ਸਬਦ ਰਾਜ ਕਰੇਗਾ ਖਾਲਸਾ। ਆਕੀ ਰਹਿ ਨ ਕੋਈ ਵਾਰ ਹੋਏ ਸਭ ਮਿਲੇਂਗੇ ਵਸੇ। ਵਾਹਿਗੁਰੂ ਨਾਮ ਜਹਾਜਿਆ ਬੜੇ ਸੁੰਦਰ ਭਾਰ। ਜੋ ਸਰਦਾ ਕਰ ਸੇਵਨ ਵਾਹਿਗੁਰੂ। ਕਾਲ ਕਾਰਣਹਾਰ ਕੰਡਾ ਜਾਤੀ ਹੱਥ ਹੈ। ਕਲਗੀ ਸੋ ਹੈ ਸੀਸ। ਤੁਮ ਬੜੀ ਰਸਿਆ ਕਰੇ। ਕਲਗੀ ਹਰ ਜਗਦੀਸ਼। ਤੁਮ ਬੜੀ ਰਸਿਆ ਕਰੇ। ਕਲਗੀ ਹਰ ਜਗਦੀਸ਼। ਮੁੱਲ ਸੋਹਣਾ ਸਤਿ ਸ੍ਰੀ ਅਕਾਲ।
ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜੀ ਸਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਮਰਨੇ ਤੇ ਪਾਈਐ ਪੂਰਨ ਪਰਮਾਨੰਦ। ਅੱਲਾ ਏਕ ਮਸੀਤ ਵਸਤ ਹੈ, ਅਬਰ ਮੁਲਕ ਕਿਸ ਕੇਰਾ। ਹਿੰਦੂ ਮੂਰਤ ਨਾਮ ਨਿਵਾਸੇ, ਦੋਵੇਂ ਤਤ ਨ ਹੇਰਾ। ਸੋ ਕਹੋ ਕਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਭਿਖਨ ਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਨੈਣੋ ਨੀਰ ਰਹਿ ਤਨ ਕੀਨਾ, ਭਏ ਕੇਸ ਦੁੱਧ ਬਾਨੀ। ਰੁੱਤਾ ਕੰਠ ਸ਼ਬਦ ਨਹੀਂ ਉਚਰੈ, ਆਪ ਕਿਆ ਕਰੈ ਪ੍ਰਾਨੀ। ਨੈਣੋ ਨੀਰ ਵਹਿ ਤਨ ਕੀਨਾ, ਭਏ ਕੇਸ ਦੁੱਧ ਬਾਨੀ। ਰੁੱਤਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਰਾਮ ਰਾਏ ਹੋਵੈ ਵੈਦ ਬਨਵਾਰੇ, ਆਪਣੇ ਸੰਤੈ ਲਿਓ ਬਾਰੇ। ਰਾਮ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਤੇ ਮਾਹੇ। ਐਸੀ ਬੇਦਨ ਉਪਜ ਖਰੇ ਭਏ, ਵਾਕਾ ਔਖਦ ਨਾਹੀ। ਹਰਿ ਕਾ